जी आए नूं प्यारे विद्यार्थियों सीनियर सैकेंडरी क्लासेस दी इंग्लिश दी किताब इंग्लिश ग्रामर एंड कंपोजिशन उस दा लेसन नंबर 7 यूज ऑफ दी वर्ड्स एज नाउन्स वर्ब्स एंड एडजेक्टिव्स उस दी इक्को एक एक्सरसाइज है ਜਿਹਦੇ ਵਿੱਚ 25 ਸ਼ਬਦ ਦਿੱਤੇ ਨੇ ਉਹਨਾਂ ਨੇ ਤੇ ਇਹਨੂੰ ਮੈਂ 5 ਹਿੱਸਿਆਂ ਵਿੱਚ ਵੰਡਿਆ ਪਾਰਟ 1 ਕਰ ਰਹੇ ਹਾਂ ਤੇ ਇਹਦੇ ਵਿੱਚ ਪਹਿਲੇ 5 ਸ਼ਬਦ ਜਿਹੜੇ ਨੇ ਉਹ ਅਸੀਂ ਕਰਾਂਗੇ ਏਮ ਪੈਨ ਅਟੈਂਪਟ ਬ੍ਰੇਕ ਐਂਡ ਕਾਮ ਸੋ ਤੁਸੀਂ ਸਾਰੇ ਨੋਟਬੁੱਕ ਅਤੇ ਪੈਨ ਲੈ ਲਓ ਜਿਹੜੇ ਸੈਂਟੈਂਸਸ ਤੁਹਾਡੇ ਲਈ ਬਣਾਏ ਜਾ ਰਹੇ ਨੇ ਉਹਨਾਂ ਨੂੰ ਨੋਟ ਡਾਊਨ ਕਰ ਲਓ ਬਾਰ-ਬਾਰ ਪੜੋ ਬਿਨਾਂ ਦੇਖੇ ਲਿਖੋ ਤੇ ਉਹਨਾਂ ਤੋਂ ਸੇਧ ਲੈ ਕੇ ਤੁਸੀਂ ਫਿਰ ਆਪਣੇ ਵੱਲੋਂ ਵੀ ਕੁਝ ਸੈਂਟੈਂਸ ਬਣਾਉਣ ਦਾ ਯਤਨ ਕਰੋ ਤੇ ਤੁਸੀਂ ਉਹਨਾਂ ਨੂੰ ਕਮੈਂਟਸ ਵਿੱਚ ਲਿਖ ਕੇ ਮੈਨੂੰ ਭੇਜ ਸਕਦੇ ਹੋ ਤੇ ਉਹਨਾਂ ਵਿੱਚ ਅਗਰ ਕੋਈ ਗਲਤੀ ਹੈਗੀ ਤੇ ਮੈਂ ਦਰੁਸਤ ਕਰਕੇ ਤੁਹਾਨੂੰ ਜਵਾਬ ਦੇ ਦੇਵਾਂਗਾ ਸੋ ਆਓ ਸ਼ੁਰੂ ਕਰੀਏ ਸੋ ਪਹਿਲਾ ਸ਼ਬਦ ਹੈ ਏਮ ਦਾ ਮਤਲਬ ਹੈ ਜੇ ਨਾउन ਦੇ ਤੌਰ ਤੇ ਦੇਖੀਏ ਤੇ ਨਿਸ਼ਾਨਾ ਮਕਸਦ ਠੀਕ ਹੈ ਤੇ ਵਰਬ ਦੇ ਤੌਰ ਤੇ ਨਿਸ਼ਾਨਾ ਸਾਧਣਾ ਜਾਂ ਮਕਸਦ ਰੱਖਣਾ ਜਾਂ ਨਿਸ਼ਾਨਾ ਧਾਰਨਾ ਠੀਕ ਹੈ ਨਾ ਸੋ ਵਰਬ ਦੇ ਤੌਰ ਤੇ ਆ ਜਾਏਗਾ ਨਾउन ਦਾ ਹੁਣ ਦੇਖੋ ਆਓ ਦੇਖੀਏ ਥੋੜੇ ਥੋੜੇ ਉਦਾਹਰਨ ਮੈਂ ਜਿੰਨੇ ਕੋਸ਼ਿਸ਼ ਕਰ ਸਕਦਾ ਸੀ ਤੁਹਾਡੇ ਲਈ ਲਿਖ ਦਿੱਤੇ ਨੇ ਮਾਈ ਏਮ ਇਜ਼ ਨਾਟ ਟੂ ਡੂ ਆਇਲਸ ਅਰਥਾਤ ਆਇਲਸ ਕਰਨਾ ਮੇਰਾ ਨਿਸ਼ਾਨਾ ਨਹੀਂ ਹੈ ਠੀਕ ਹੈ ਤੇ ਦੂਜਾ ਹੈ ਹੀ ਟੁਕ ਅ ਕੇਅਰਫੁਲ ਏਮ ਟੂ ਟੇਕ ਅ ਏਮ ਹੁੰਦਾ ਹੈ ਟੂ ਟੇਕ ਐਨ ਏਮ ਹੁੰਦਾ ਹੈ ਨਿਸ਼ਾਨਾ ਸਾਧਣਾ ਹੀ ਟੁਕ ਅ ਕੇਅਰਫੁਲ ਏਮ ਉਹਨੇ ਬੜਾ ਕੇਅਰਫੁਲੀ ਸਾਵਧਾਨੀ ਦੇ ਨਾਲ ਧਿਆਨ ਦੇ ਨਾਲ ਨਿਸ਼ਾਨਾ ਸਾਧਿਆ ਐਂਡ ਸ਼ਾਟ ਦੀ ਟਾਰਗੇਟ ਅਤੇ ਆਪਣਾ ਜੋ ਸ਼ਿਕਾਰ ਸੀ ਜਿੱਥੇ ਨਿਸ਼ਾਨਾ ਮਾਰਨਾ ਸੀ ਉੱਥੇ ਨਿਸ਼ਾਨਾ ਮਾਰਿਆ ਠੀਕ ਹੈ ਦੀ ਪ੍ਰੋਟੈਸਟਿੰਗ ਫਾਰਮਰਸ ਇਸ ਤੋਂ ਬਾਅਦ ਇਹ ਅਪੋਸਟ੍ਰੋਫੀ ਹੈ ਅਰਥਾਤ ਸੰਘਰਸ਼ ਕਰਦੇ ਕਿਸਾਨਾਂ ਦਾ ਸੋਲ ਏਮ ਮੈਨੇ ਕੱਲਾ ਕੱਲਾ ਨਿਸ਼ਾਨਾ ਇਜ਼ ਹੈਗਾ ਹੈ ਕਿ ਟੂ ਗੈਟ ਦੀ 3 ਬਲੈਕ ਫਾਰਮ ਲਾਜ਼ ਰਿਪੀਲਡ ਟੂ ਗੈਟ ਰਿਪੀਲਡ ਮੈਨੇ ਰੱਦ ਕਰਵਾਣੇ ਕੀ ਰੱਦ ਕਰਵਾਣੇ 3 ਬਲੈਕ ਫਾਰਮ ਲਾਜ਼ 3 ਕਾਲੇ ਖੇਤੀ ਨਾਲ ਸੰਬੰਧਿਤ ਕਾਨੂੰਨ ਅਰਥਾਤ ਸੰਘਰਸ਼ ਕਰਦੇ ਕਿਸਾਨਾਂ ਦਾ ਇੱਕੋ ਇੱਕ ਨਿਸ਼ਾਨਾ 3 ਕਾਲੇ ਖੇਤੀਬਾੜੀ ਬਾਰੇ ਸੰਬੰਧਿਤ ਕਾਨੂੰਨਾਂ ਨੂੰ ਰੱਦ ਕਰਵਾਉਣਾ ਹੈ ਰਿਪੀਲ ਹੁੰਦਾ ਰੱਦ ਕਰਨਾ ਟੂ ਗੈਟ ਰਿਪੀਲਡ ਰੱਦ ਕਰਵਾਉਣੇ ਠੀਕ ਹੈ ਫਿਰ ਅਗਲਾ ਹੈ ਸਪੀਕਿੰਗ ਵਿਦਾਊਟ ਥਿੰਕਿੰਗ ਅਰਥਾਤ ਸੋਚੇ ਵਿਚਾਰੇ ਬਿਨਾ ਬੋਲਣਾ ਸਪੀਕਿੰਗ ਵਿਦਾਊਟ ਬੋਲਣਾ ਇਜ਼ ਲਾਈਕ ਵਰਗਾ ਹੈ ਸ਼ੂਟਿੰਗ ਵਿਦਾਊਟ ਟੇਕਿੰਗ ਏਮ ਅਰਥਾਤ ਨਿਸ਼ਾਨੇ ਤੋਂ ਬਿਨਾ ਤੀਰ ਕਮਾਨ ਚੋਂ ਛੱਡਣਾ ਜਾਂ ਨਿਸ਼ਾਨੇ ਤੋਂ ਬਿਨਾ ਗੋਲੀ ਚਲਾਣੀ ਜਾਂ ਨਿਸ਼ਾਨੇ ਤੋਂ ਬਿਨਾ ਕੁਝ ਮਾਰਨਾ ਮਤਲਬ ਕਿ ਹਵਾ ਵਿੱਚ ਗੋਲੀਆਂ ਮਾਰਨੀਆਂ ਵੀ ਕੁਝ ਪਤਾ ਨਹੀਂ ਕੀ ਕਰ ਰਹੇ ਹਾਂ ਕੋਈ ਇਸ ਕਰਕੇ ਸਿਆਣੇ ਬੰਦੇ ਕਹਿੰਦੇ ਨਾ ਪਹਿਲਾਂ ਤੋਲੋ ਫਿਰ ਬੋਲੋ ਸੋ ਸਪੀਕਿੰਗ ਵਿਦਾਊਟ ਥਿੰਕਿੰਗ ਇਜ਼ ਲਾਈਕ ਸ਼ੂਟਿੰਗ ਵਿਦਾਊਟ ਟੇਕਿੰਗ ਏਮ ਅਰਥਾਤ ਨਿਸ਼ਾਨੇ ਤੋਂ ਬਿਨਾ ਗੋਲੀ ਚਲਾਣੀ ਇਹ ਮਤਲਬ ਕਿ ਉਦਾਹਰਨ ਦਿੱਤੀ ਹੈ ਕਿ ਸੋਚੇ ਵਿਚਾਰੇ ਬਿਨਾ ਬੋਲਣਾ ਇਸ ਤਰ੍ਹਾਂ ਹੈ ਜਿਵੇਂ ਕੋਈ ਨਿਸ਼ਾਨੇ ਤੋਂ ਬਿਨਾ ਇੱਧਰ ਉੱਧਰ ਬਿਨਾ ਸੋਚੇ ਸਮਝੇ ਗੋਲੀਆਂ ਚਲਾ ਰਿਹਾ ਹੈ ਫਿਰ ਵਰਬ ਦੇ ਤੌਰ ਤੇ ਦੇਖੀਏ ਹੀ ਇਜ਼ ਨਾਟ ਏਮਿੰਗ ਟੂ ਡੂ ਆਇਲਸ ਅਰਥਾਤ ਉਹਦੇ ਦਿਮਾਗ ਵਿੱਚ ਆਇਲਸ ਕਰਨ ਦਾ ਕੋਈ ਇਰਾਦਾ ਉਹਨੇ ਨਹੀਂ ਧਾਰਿਆ ਹੋਇਆ ਹੈ ਉਹ ਨਿਸ਼ਾਨਾ ਇਸ ਗੱਲ ਦਾ ਨਹੀਂ ਬਣਾ ਰਿਹਾ ਹੈ ਕਿ ਉਹਨੇ ਆਇਲਸ ਕਰਨੀ ਹੈ ਹੀ ਏਮਡ ਕੇਅਰਫੁਲੀ ਅਰਥਾਤ ਉਹਨੇ ਬੜੇ ਧਿਆਨ ਦੇ ਨਾਲ ਨਿਸ਼ਾਨਾ ਸਾਧਿਆ ਇਹ ਹੁਣ ਵਰਬ ਹੈਗੀ ਹੈ ਐਂਡ ਸ਼ਾਟ ਦੀ ਐਰੋ ਅਤੇ ਜਿਹੜਾ ਤੀਰ ਸੀਗਾ ਉਹ ਛੱਡਿਆ ਤੇ ਐਡਜੈਕਟਿਵ ਦੇ ਤੌਰ ਤੇ ਏਮ ਸ਼ਬਦ ਨਹੀਂ ਵਰਤਿਆ ਜਾਂਦਾ ਸੋ ਨਾਟ ਐਪਲੀਕੇਬਲ ਠੀਕ ਹੈ ਅੱਗੇ ਚਲੀਏ ਫਿਰ ਹੈਗਾ ਪੈਨ ਬੱਚਿਓ ਨਾउन ਦੇ ਤੌਰ ਤੇ ਵੀ ਤੇ ਵਰਬ ਦੇ ਤੌਰ ਤੇ ਵੀ ਨਾउन ਦੇ ਤੌਰ ਤੇ ਉਹ ਜੋ ਅਸੀਂ ਕਲਮ ਵਰਤਦੇ ਹਾਂ ਪੈਨ ਵਰਤਦੇ ਹਾਂ ਲਿਖਣ ਦਾ ਜੰਤਰ ਉਹਨੂੰ ਪੈਨ ਕਿਹਾ ਜਾਂਦਾ ਹੈ ਤੇ ਵਰਬ ਦੇ ਤੌਰ ਤੇ ਲਿਖਣਾ ਟੂ ਰਾਈਟ ਇਹਨੂੰ ਵੀ ਜੋ ਟੂ ਰਾਈਟ ਟੂ ਪੈਨ ਮੈਨੇ ਲਿਖਣਾ ਠੀਕ ਹੈ ਕਲਮ ਦੇ ਨਾਲ ਲਿਖਣਾ ਸੋ ਪੈਨ ਜਿਹੜਾ ਵਰਬ ਦੇ ਤੌਰ ਤੇ ਵਰਤਿਆ ਜਾਂਦਾ ਹੈ ਤੇ ਨਾउन ਦੇ ਤੌਰ ਤੇ ਵੀ ਵਰਤਿਆ ਜਾਂਦਾ ਹੈ ਤੇ ਆਓ ਦੇਖੀਏ ਉਦਾਹਰਨ ਦੀ ਪੈਨ ਇਜ਼ ਮਾਈਟੀਅਰ ਦੈਨ ਦੀ ਸਵੋਰਡ ਬੜਾ ਮਸ਼ਹੂਰ ਅੰਗਰੇਜ਼ੀ ਦਾ ਅਖਾਣ ਹੈਗਾ ਅਰਥਾਤ ਕਲਮ ਜਿਹੜੀ ਏ ਤਲਵਾਰ ਨਾਲੋਂ ਜ਼ਿਆਦਾ ਤਾਕਤਵਰ ਹੁੰਦੀ ਹੈ ਕਲਮ ਰਾਹੀਂ ਬੰਦਾ ਕੋਈ ਕਵਿਤਾ ਲਿਖਦਾ ਹੈ ਕੋਈ ਲੇਖ ਲਿਖਦਾ ਹੈ ਕੋਈ ਵਾਰ ਲਿਖਦਾ ਹੈ ਉਹਨੂੰ ਪੜ੍ਹ ਕੇ ਲੋਕਾਂ 'ਚ ਜੋਸ਼ ਆਉਂਦਾ ਹੈ ਗਿਆਨ ਆਉਂਦਾ ਹੈ ਅਗਿਆਨ ਦਾ ਹਨੇਰਾ ਦੂਰ ਹੁੰਦਾ ਹੈ ਗੁਰਬਾਣੀ 'ਚ ਵੀ ਲਿਖਿਆ ਹੈ ਗਿਆਨੀ ਹੋਏ ਸੋ ਚੇਤਨ ਹੋਏ ਅਗਿਆਨੀ ਅੰਧ ਕਮਾਏ ਜਿਹੜੇ ਗਿਆਨਵਾਨ ਹੁੰਦੇ ਨੇ ਪੜ੍ਹਦੇ ਲਿਖਦੇ ਨੇ ਵਿਚਾਰਦੇ ਨੇ ਉਹ ਚੇਤਨ ਹੁੰਦੇ ਨੇ ਜਾਗਰੂਕ ਹੁੰਦੇ ਨੇ ਜਾਗੇ ਹੁੰਦੇ ਨੇ ਅਗਿਆਨੀ ਅੰਧ ਕਮਾਏ ਜਿਹੜੇ ਅਗਿਆਨੀ ਨੇ ਉਹਨਿਆਂ ਵਾਲੇ ਕੰਮ ਕਰਦੇ ਨੇ
ठीक है ना। सो ਇਹ ਜਿਹੜਾ ਪੈਨ ਇਜ਼ ਮਾਈਟੀਅਰ ਦੈਨ ਸਵੋਰਡ ਬੱਚਿਓ ਅੱਜ ਵੀ ਸਾਰੇ ਜਗਤ ਵਿੱਚ ਤੇ ਸਾਰੇ ਯੁੱਗਾਂ ਵਿੱਚ ਇਹ ਲਾਗੂ ਹੁੰਦਾ ਹੈ। ਸੋ ਇਹ ਤੋਂ ਸੇਧ ਲੈ ਕੇ ਸਾਨੂੰ ਵੀ ਕਿਤਾਬਾਂ ਪੜ੍ਹਨ ਦੀ, ਬਾਣੀ ਪੜ੍ਹਨ ਦੀ, ਵਿਚਾਰਨ ਦੀ, ਸਮਝਣ ਦੀ ਆਦਤ ਪਾਉਣੀ ਚਾਹੀਦੀ ਹੈ। ਦਿਮਾਗ ਤੀਖਣ ਹੁੰਦਾ ਹੈ, ਫਿਰ ਬੰਦਾ ਵਿਵੇਕਵਾਨ ਬਣਦਾ ਹੈ, ਉਹ ਫਿਰ ਸਹੀ ਗਲਤ ਦਾ ਪਰਖ ਵਧੀਆ ਕਰ ਸਕਦਾ ਹੈ। ਦੀ ਪੈਨ ਇਜ਼ ਮਾਈਟੀਅਰ ਦੈਨ ਦੀ ਸਵੋਰਡ, ਅਰਥਾਤ ਇੱਕ ਤਲਵਾਰ ਦੇ ਨਾਲੋਂ ਜਿਹੜਾ, ਤਲਵਾਰ ਨਾਲ ਤੇ ਬੰਦਾ ਚਲੋ ਕਿਸੇ ਨੂੰ ਮਾਰ ਦੇਗਾ ਮੰਨ ਲਓ, ਠੀਕ ਹੈ ਨਾ, ਉਹਦੇ ਕੋਲ ਤਾਕਤ ਆ ਗਈ, ਉਹਨੇ ਮਾਰ ਦਿੱਤਾ, ਪਰ ਪੈਨ ਐਸਾ ਹੈ ਜਿਹੜਾ ਉਹਦੇ ਵਿਚਾਰ ਸਦੀਆਂ ਤੱਕ ਰਹਿੰਦੇ ਨੇ, ਯੁਗਾਂ ਯੁਗਾਂ ਤੱਕ ਰਹਿੰਦੇ ਨੇ, ਤੇ ਉਹਨੂੰ ਪੜ੍ਹ ਕੇ ਬੰਦੇ ਦੀ ਪੂਰਾ ਜੀਵਨ ਬਦਲ ਜਾਂਦਾ ਹੈ। ਫਿਰ ਕਹਿੰਦੇ ਦੀ ਪੈਨ ਦੈਟ ਰਾਈਟਸ ਦੀ ਟਰੁਥ ਨਰਿਸ਼ਿਸ ਦੀ ਸੁਸਾਇਟੀ, ਅਰਥਾਤ ਉਹ ਪੈਨ, ਉਹ ਕਲਮ ਜੋ ਸੱਚ ਲਿਖਦੀ ਹੈ, ਉਹ ਸਮਾਜ ਨੂੰ, ਸੁਸਾਇਟੀ ਨੂੰ ਨਰਿਸ਼ ਕਰਦੀ ਹੈ, ਤਾਕਤਵਰ ਕਰਦੀ ਹੈ, ਵਧੀਆ ਕਰਦੀ ਹੈ, ਉਹਨੂੰ ਪੌਸ਼ਟਿਕਤਾ ਦਿੰਦੀ ਹੈ। ਜਿਵੇਂ ਚੰਗਾ ਭੋਜਨ ਸਾਨੂੰ ਸਰੀਰ ਨੂੰ ਨਰੋਆ ਕਰਦਾ ਹੈ, ਇਸੀ ਤਰ੍ਹਾਂ ਚੰਗੇ ਵਿਚਾਰ ਸਾਡੀ ਬੁੱਧੀ ਨੂੰ, ਸਾਡੇ ਮਨ ਨੂੰ ਬਲਵਾਨ ਕਰਦੇ ਨੇ, ਤਾਕਤਵਰ ਕਰਦੇ ਨੇ, ਨਰੋਆ ਕਰਦੇ ਨੇ। ਸਾਰੇ ਪੈਨ ਬੱਚਿਓ ਸੱਚ ਨਹੀਂ ਲਿਖਦੇ। ਕਈ ਪੈਨ ਐਸੇ ਨੇ ਜਿਨ੍ਹਾਂ ਨੂੰ ਖਰੀਦਿਆ ਜਾ ਸਕਦਾ ਹੈ, ਜੋ ਪੈਸੇ ਲੈ ਕੇ ਕੁਛ ਵੀ ਲਿਖ ਦਿੰਦੇ ਨੇ। ਕੁਛ ਅਹੁਦੇ ਲੈਣ ਲਈ, ਸਰਕਾਰਾਂ ਤੋਂ ਇਨਾਮ ਲੈਣ ਲਈ ਉਹਨਾਂ ਦੀ ਚਮਚਾਗਿਰੀਆਂ ਕਰਦੇ ਨੇ, ਅੱਜ ਵੀ ਇਹ ਬੜੇ ਸਾਰੇ ਪੈਨ ਐਸੇ ਨੇ ਜੋ ਕਿਸਾਨਾਂ ਨੂੰ, ਜੋ ਸੰਘਰਸ਼ ਕਰ ਰਹੇ ਨੇ ਆਪਣੇ ਹੱਕਾਂ ਲਈ, ਉਹਨਾਂ ਨੂੰ ਕੋਈ ਪੈਨ ਅੱਤਵਾਦੀ ਲਿਖ ਰਿਹਾ ਹੈ, ਕੋਈ ਮਾਓਵਾਦੀ ਲਿਖ ਰਿਹਾ ਹੈ, ਕੋਈ ਉਹਨਾਂ ਨੂੰ ਲੁੱਚੇ ਲਫੰਗੇ ਲਿਖ ਰਿਹਾ ਹੈ, ਕੋਈ ਕੁਛ ਕਹਿ ਰਿਹਾ, ਕੋਈ ਕੁਛ ਕਹਿ ਰਿਹਾ। ਸੋ ਜਿਵੇਂ ਜ਼ੁਬਾਨ ਮਿੱਠਾ ਬੋਲਣ ਵਾਲੀ ਵੀ ਹੁੰਦੀ ਹੈ, ਕੌੜਾ ਬੋਲਣ ਵਾਲੀ ਵੀ ਹੁੰਦੀ ਹੈ, ਇਸੀ ਤਰ੍ਹਾਂ ਕਲਮ ਵੀ ਸੱਚ ਲਿਖਣ ਵਾਲੀ ਵੀ ਹੁੰਦੀ ਹੈ ਤੇ ਝੂਠ ਲਿਖਣ ਵਾਲੀ ਵੀ ਹੁੰਦੀ ਹੈ। ਸੋ ਅਸੀਂ ਵੀ ਇਹ ਗੱਲਾਂ ਨੂੰ ਆਪਣੇ ਹਿਰਦੇ 'ਚ ਵਸਾਉਣਾ ਹੈ ਕਿ ਜੇ ਸਾਡੇ ਕੋਲ ਪੜ੍ਹਾਈ ਲਿਖਾਈ ਆਉਂਦੀ ਹੈ ਤੇ ਅਸੀਂ ਉਸ ਪੈਨ ਨੂੰ ਸਮਾਜ ਦੇ ਭਲੇ ਲਈ, ਪਰਉਪਕਾਰ ਲਈ ਵਰਤਣਾ ਹੈ। ਗੁਰੂ ਨਾਨਕ ਪਾਤਸ਼ਾਹ ਨੇ ਬੜਾ ਸੋਹਣਾ ਕਿਹਾ, ਪੜ੍ਹਿਆ ਮੂਰਖ ਆਖੀਏ ਜਿਸ ਲਵ ਲੋਭ ਅਹੰਕਾਰਾ, ਕਿ ਉਹ ਪੜ੍ਹੇ ਲਿਖੇ ਨੂੰ ਵੀ ਮੂਰਖ ਕਰਕੇ ਜਾਣੋ ਜਿਹਦੇ ਵਿੱਚ ਲਾਲਚ ਪ੍ਰਬਲ ਹੈ ਤੇ ਜਿਹਦੇ ਵਿੱਚ ਅਹੰਕਾਰ ਹੈ ਕਿ ਮੈਂ ਬਹੁਤ ਪੜ੍ਹਿਆ ਲਿਖਿਆ। ਅਗਰ ਬੰਦੇ ਵਿੱਚ ਅਹੰਕਾਰ ਹੈਗਾ ਤੇ ਤ੍ਰਿਸ਼ਨਾ ਹੈਗੀ, ਲਾਲਚ ਹੈਗੀ, ਉਹ ਤੇ ਪੜ੍ਹਿਆ ਲਿਖਿਆ ਵੀ ਮੂਰਖ ਹੀ ਹੈਗਾ। ਸੋ ਅਸੀਂ ਇਹਨਾਂ ਚੀਜ਼ਾਂ ਤੋਂ ਬਚਣਾ ਹੈ। ਫਿਰ ਅਗਲਾ ਬਣਾਇਆ ਬੱਚਿਓ, ਅ ਸਟੂਡੈਂਟ ਵਿਦਾਊਟ ਅ ਪੈਨ ਇਜ਼ ਲਾਈਕ ਅ ਸੋਲਜਰ ਵਿਦਾਊਟ ਅ ਗਨ, ਅਰਥਾਤ ਪੈਨ ਤੋਂ ਬਿਨਾਂ ਵਿਦਿਆਰਥੀ ਇਵੇਂ ਹੈ ਜਿਵੇਂ ਇੱਕ ਫੌਜੀ ਬੰਦੂਕ ਤੋਂ ਬਿਨਾਂ। ਸੋ ਬੱਚਿਓ ਜਿਹੜਾ ਪੈਨ ਨੇ ਉਹ ਕਿਸੇ ਵਿਦਿਆਰਥੀ ਦਾ ਗਹਿਣਾ ਹੁੰਦਾ ਹੈ। ਮੈਂ ਜਦੋਂ ਵੀ ਘਰੋਂ ਬਾਹਰ ਨਿਕਲਦਾ ਆਪਣੇ ਬੋਝੇ ਵਿੱਚ, ਚਾਹੇ ਮੇਰੇ ਝੱਗਾ ਪਾਇਆ ਹੋਇਆ ਜਾਂ ਕੁੜਤਾ ਪਾਇਆ ਹੋਇਆ, ਤੇ ਮੇਰੀ ਜੇਬ ਦੇ ਵਿੱਚ ਇੱਕ ਛੋਟੀ ਨੋਟਬੁੱਕ ਹੁੰਦੀ ਹੈ ਤੇ ਇੱਕ ਪੈਨ ਜ਼ਰੂਰ ਹੁੰਦਾ ਹੈ। ਕਿਤੇ ਕੋਈ ਗੱਲ ਸੁਣਨ ਨੂੰ ਮਿਲੀ ਚੰਗੀ, ਨੋਟ ਕਰ ਲਈਦੀ ਹੈ, ਕੋਈ ਦਿਮਾਗ 'ਚ ਵਿਚਾਰ ਆਇਆ, ਨੋਟ ਕਰ ਲਈਦਾ, ਕਿਤੇ ਪੜ੍ਹਨ ਨੂੰ ਮਿਲੀ ਤੇ ਉਹਨੂੰ ਨੋਟ ਕਰ ਲਈਦਾ। ਸੋ ਇਸ ਤਰ੍ਹਾਂ ਸਾਡੇ ਗਿਆਨ ਵਿੱਚ ਵਾਧਾ ਹੁੰਦਾ ਰਹਿੰਦਾ ਹੈ ਤੇ ਇਸ ਤਰ੍ਹਾਂ ਸਾਨੂੰ ਸਿੱਖਣ ਦੀ ਜਿਹੜੀ ਬਿਰਤੀ ਹੈ ਜ਼ਿੰਦਗੀ ਭਰ ਬਣੀ ਰਹਿੰਦੀ ਹੈ। ਸੋ ਤੁਸੀਂ ਸਾਰੇ ਵਿਦਿਆਰਥੀ ਹੋ, ਸੋ ਤੁਸੀਂ ਵੀ ਇਹ ਵਾਲੀ ਆਦਤ ਪਾਓ ਤੇ ਯਾਦ ਰੱਖੋ, ਅ ਸਟੂਡੈਂਟ ਵਿਦਾਊਟ ਅ ਪੈਨ ਇਜ਼ ਲਾਈਕ ਅ ਸੋਲਜਰ ਵਿਦਾਊਟ ਅ ਗਨ। ਠੀਕ ਹੈ। ਹੁਣ ਇਹਦੀ ਕਿਰਿਆ ਦੇਖੀਏ ਵਰਬ ਦੇ ਤੌਰ ਤੇ, ਹੀ ਹੈਜ਼ ਪੈਨਡ ਐਨ ਇੰਸਪਾਇਰਿੰਗ ਪੋਇਮ। ਪੋਇਮ ਮੈਨੇ ਕਵਿਤਾ, ਇੰਸਪਾਇਰਿੰਗ ਮੈਨੇ ਪ੍ਰੇਰਨਾਦਾਇਕ, ਜੋ ਪ੍ਰੇਰਨਾ ਕਰਨ ਯੋਗੀ ਹੋਵੇ। ਸੋ ਹੀ ਹੈਜ਼ ਪੈਨਡ ਦਾ ਮਤਲਬ ਹੈ ਹੀ ਹੈਜ਼ ਰਿਟਨ, ਉਹਨੇ ਲਿਖੀ ਹੈ ਕਿ ਇੱਕ ਇੰਸਪਾਇਰਿੰਗ ਪੋਇਮ, ਉਹਨੇ ਇੱਕ ਪ੍ਰੇਰਨਾਦਾਇਕ ਕਵਿਤਾ ਲਿਖੀ ਹੈ। ਇਹ ਕਿਰਿਆ ਹੈਗੀ। ਠੀਕ ਹੈ। ਪੈਨਡ ਆ ਗਿਆ ਨਾ, ਦੇਖੋ ਥਰਡ ਫਾਰਮ ਆ ਗਈ ਪੈਨਡ। ਫਿਰ ਮੇਕ ਅ ਹੈਬਿਟ ਆਫ ਰੀਡਿੰਗ ਬੁੱਕਸ, ਅਰਥਾਤ ਕਿਤਾਬਾਂ ਪੜ੍ਹਨ ਦੀ ਆਦਤ ਬਣਾਓ, ਸੋ ਦੈਟ, ਤਾਂ ਕਿ ਯੂ ਕੈਨ ਪੈਨ ਯੂਅਰ ਆਈਡੀਆਜ਼, ਤਾਂ ਕਿ ਤੁਸੀਂ ਆਪਣੇ ਵਿਚਾਰਾਂ ਨੂੰ ਲਿਖਤੀ ਰੂਪ ਦੇ ਸਕੋ। ਤੁਸੀਂ ਆਪਣੇ ਜਿਹੜੇ ਵਿਚਾਰ ਨੇ, ਆਈਡੀਆਜ਼ ਨੇ, ਹੁਣ ਬੱਚੇ ਸਾਡੇ ਦਿਮਾਗ 'ਚ ਕਈ ਗੱਲਾਂ ਹੁੰਦੀਆਂ ਨੇ, ਪਰ ਅਸੀਂ ਕੇਵਲ ਸ਼ਬਦਾਂ ਦਾ ਰੂਪ ਨਹੀਂ ਦੇ ਸਕਦੇ, ਲਿਖ ਨਹੀਂ ਸਕਦੇ। ਕਿਉਂ? ਕਿਉਂਕਿ ਅਸੀਂ ਕਿਤਾਬਾਂ ਪੜ੍ਹਦੇ ਨਹੀਂ। ਸੋ ਜਿੰਨਾ ਅਸੀਂ ਰੀਡਿੰਗ ਕਰਾਂਗੇ, ਜਿੰਨੀਆਂ ਕਿਤਾਬਾਂ ਪੜ੍ਹਾਂਗੇ, ਤੇ ਸਾਡੀ ਲਿਖਣ ਦੀ ਕਲਾ ਵੀ ਉਨੀ ਨਿਖਰਦੀ ਜਾਏਗੀ। ਠੀਕ ਹੈ ਜੀ। ਸੋ ਐਡਜੈਕਟਿਵ ਦੇ ਤੌਰ ਤੇ ਪੈਨ ਸ਼ਬਦ ਨਹੀਂ ਵਰਤਿਆ ਜਾਂਦਾ, ਸੋ ਇੱਥੇ ਲਿਖ ਦਿੱਤਾ ਨਾਟ ਐਪਲੀਕੇਬਲ। ਅੱਗੇ ਚਲੀਏ। ਤੀਸਰਾ ਹੈਗਾ ਅਟੈਂਪਟ। ਅਟੈਂਪਟ ਵੀ ਨਾਊਨ ਦੇ ਤੌਰ ਤੇ ਵਰਤਿਆ ਜਾਂਦਾ ਹੈ, ਜਿਹਦਾ ਮਤਲਬ ਹੈ ਯਤਨ। ਠੀਕ ਹੈ। ਤੇ ਵਰਬ ਦੇ ਤੌਰ ਤੇ ਯਤਨ ਕਰਨਾ, ਤੇ ਐਡਜੈਕਟਿਵ ਦੇ ਤੌਰ ਤੇ ਇਹ ਸ਼ਬਦ ਨਹੀਂ ਵਰਤਿਆ ਜਾਂਦਾ, ਸੋ ਇੱਥੇ ਲਿਖ ਦਿੱਤਾ ਸੀ ਨਾਟ ਐਪਲੀਕੇਬਲ। ਹੁਣ ਇਹਦੇ ਅਸੀਂ ਉਦਾਹਰਨ ਦੇਖੀਏ। ਹੀ ਫੇਲਡ ਔਨ ਹਿਜ਼ ਫਸਟ ਅਟੈਂਪਟ, ਅਰਥਾਤ ਉਹ ਆਪਣੇ ਪਹਿਲੇ ਯਤਨ ਵਿੱਚ ਫੇਲ ਹੋ ਗਿਆ। ਬਟ ਟਰਾਈਡ ਅਗੇਨ, ਪਰ ਉਹਨੇ ਮੁੜ ਕੇ ਫਿਰ ਕੋਸ਼ਿਸ਼ ਕੀਤੀ। ਐਂਡ ਸਕਸੀਡਿਡ, ਅਤੇ ਫਿਰ ਕਾਮਯਾਬ ਹੋ ਗਿਆ। ਕਦੋਂ? ਔਨ ਦੀ ਸੈਕਿੰਡ ਅਟੈਂਪਟ, ਤੇ ਦੂਜੇ ਯਤਨ ਵਿੱਚ ਉਹ ਕਾਮਯਾਬ ਹੋ ਗਿਆ। ਸੋ ਬੱਚਿਓ ਮੈਂ ਜਾਣਬੁੱਝ ਕੇ ਇੱਦਾਂ ਦੇ ਸੈਂਟੈਂਸ ਲਿਖ ਰਿਹਾ ਜਿਹਦੇ ਨਾਲ ਸਾਨੂੰ ਕੋਈ ਚੰਗੀ ਸੇਧ ਵੀ ਮਿਲੇ, ਅੰਗਰੇਜ਼ੀ ਦੀ ਪ੍ਰੈਕਟਿਸ ਵੀ ਹੋ ਜਾਏ ਤੇ ਸਾਨੂੰ ਪ੍ਰੇਰਨਾਦਾਇਕ
सेंटेंस मैं बनाए ने, जिस कोई चंगी सानू प्रेरणा मिले। अर्थात कभी भी असी पहले यतन विच दूजे यतन विच असी जे कामयाब ना होइए तो सानू कभी हिम्मत नहीं हारनी चाहिए, दिल नहीं छड्डना चाहिए, तो सानू मुड़ के फिर यतन करना चाहिए। ठीक है। फिर कहते अ सिंसीयर अटैम्प्ट नैवर गोज टू वेस्ट। सिंसीयर मैंने ईमानदारी वाला यतन, जे कोई यतन रीझ नाल कीता जावे, चंगी भावना नाल कीता जावे, ईमानदारी नाल कीता जावे, जिहदे विच कोई हेरा फेरी बेईमानी छल कपट नहीं हैगा, कहंदे नैवर गोज टू वेस्ट, वो कदी भी बर्बाद नहीं जाता। गुरु साहब भी गुरबाणी च कहंदे ने सो क्यों बिसरै जे घाल ना भन्न है। वो वाहिगुरू जिहड़ा है तुहाडी मेहनत नूं कदी भी अजाई नहीं जाण दिंदा। वो जिहड़ा यतन है, मान लो जिस निशाने लई यतन कीता है, वो निशाना जे नहीं भी सर होया, पर तुहाडे कोल कोई ना कोई कला, कोई ना कोई खूबी, कोई ना कोई गुण आ जाता है जो बाद चों तुहाडे काम आंदा है। सो इस करके कदी भी ईमानदारी वाले यतन, मेहनत करने वाले यतन जिहड़े ने, उन्हां तो सानू घबराना नहीं चाहिए, संगना नहीं चाहिए। अ सिंसीयर अटैम्प्ट नैवर गोज टू वेस्ट, यह कदी भी अजाई नहीं जाता। ठीक है। फिर डूइंग आयल्स, हुण साडे पंजाब च एक आयलट्स का एक रिवाज फैशन ही तुरया पिया, भेड़ चाल हर कोई करी जा रहा, तो इस करके मैं गल्लां लिख रहा। डूइंग आयलट्स अर्थात आयलट्स करना इज़ नॉट एन अटैम्प्ट इन दी राइट डायरैक्शन, यह एक सही दिशा विच चुक्या गया कदम नहीं है, सही दिशा विच चुक्या एक यतन नहीं है। सो डूइंग आयलट्स इज़ नॉट एन अटैम्प्ट इन दी राइट डायरैक्शन, अर्थात आयलट्स करना सही दिशा वाला एक यतन नहीं है। क्योंकि बच्चों आयलट्स पढ़ के सिर्फ अंग्रेजी जानदा बंदा एक मजदूर बनता है। आयलट्स कोई डिग्री नहीं हैगी, कोई डिप्लोमा नहीं हैगा, ਇਹਦੇ ਨਾਲ सिर्फ अंग्रेजी की जान पछाण ਹੁੰਦੀ है। ਇਹਦੇ ਨਾਲ ਤੁਹਾਨੂੰ कोई ਚੱਜ ਦੀ नौकरी कभी भी नहीं मिल पाएगी। ना तो देखो MBBS करके बंदा डॉक्टर बनता है, BTech करके बंदा इंजीनियर बनता है, LLB करके वकील बनता है, MBA करके बंदा कोई मैनेजर बनता है। आयलट्स करके की बनेगा? कुछ नहीं। वो सिर्फ अंग्रेजी बोली हुई समझ आ जाएगी, या तुसी माड़ी मोटी बोल सकोगे, लिखी हुई समझ सकोगे, या माड़ी मोटी लिख सकोगे। अंग्रेजी भी चालू अंग्रेजी आयलट्स, इन्ना कोई तुसी अंग्रेजी के स्कॉलर नहीं बन जाओगे। सो इस करके बच्चों आयलट्स का निशाना अपने लैवल नूं बहुत थल्ले लैके आने वाला है। सो इस जंजाल तो बचो। सो डूइंग आयलट्स इज नॉट एन अटैम्प्ट इन दी राइट डायरैक्शन। ठीक है। फिर अगे वर्ब देखिए, क्रिया देखिए, डू नॉट अटैम्प्ट टू क्रॉस दी रोड इन अ हरी, अर्थात सड़क नूं काली विच पार करन दा यतन ना करो। ए डू नॉट अटैम्प्ट, ए वर्ब आ गई, क्रिया। ठीक है। फिर अटैम्प्ट एनी 5 ऑफ दी 6 क्वेश्चनस, अर्थात 6 विचों कोई भी 5 क्वेश्चन करो, करन दा यतन करो। अटैम्प्ट मैंने इन्हों ट्राई करो करो। ठीक है। सो इत्थे अटैम्प्ट वर्ब हैगी है, इत्थे भी अटैम्प्ट वर्ब हैगी है। यह सारे अटैम्प्ट जिहड़े सीगे शब्द यह नाउन सीगे। एडजैक्टिव नॉट एप्लीकेबल, अटैम्प्ट एडजैक्टिव के तौर पर नहीं वरत्या जाता। अगला आ गया शब्द ब्रेक। ठीक है। हुण ब्रेक का मतलब एक तो तोड़ना, यह तो हो गया वर्ब मैंने तोड़ना, तो एक ब्रेक होंदा वक्फा, अंतराल, मतलब कोई काम करते करते विच रुकावट आ जाए, उस वजह कहने ब्रेक। ठीक है। बाकी ब्रेक के बच्चे होर बहुत सारे अर्थ है, पर असीं मोटे मोटे अर्थ जिहड़े आम रोज़ाना मर्रा की जिंदगी साडे वरते जाते हैं, असीं वो लवांगे। सो नाउन के तौर पर देखिए वक्फा, अर्थात चलते काम तो थोड़ी जी छुट्टी लैनी, छोटी जी छुट्टी। सो अ वॉक ड्यूरिंग द ब्रेक फ्रॉम वर्क इज़ हैल्दी। ठीक है। अ वॉक ड्यूरिंग द ब्रेक फ्रॉम वर्क, अर्थात काम के दौरान ली गई छुट्टी दौरान थोड़ा जा गेड़ा ला लिया जाए, सैर कर ली जाए, तो वह हैल्दी है, वो बड़ी एक सेहतमंद आदत है। सो बजाए इसके कि जो असीं काम तो ब्रेक लीए, बजाए इसके कि बैठ के चाह पी ली, गप्पां मार लियां, या कुछ मोबाइल खोल लिया, नहीं, वो नहीं करना चाहिए। सानू कोशिश करनी चाहिए जिथे भी कोई बरांडा है, छत हैगी है, कोई माड़ा जिहा ऑफिस के बाहर किते भी है, 2 3 4 5 जिन्ने गेड़े, जिन्ना टाइम है गेड़ा ला लो, वो खून का दौरा चालू हो जाता है, फ्रैश हो जाता है बंदा, सुस्ती दूर होंगी है, कैलोरीज बर्न होंगी है, बंदा फिट रहिंदा है, तो माइंड भी ठीक रहिंदा है, सेहत भी ठीक रहिंदी है। सो बड़ी चंगी आदत है। अ वॉक ड्यूरिंग द ब्रेक, ड्यूरिंग द ब्रेक मैंने छोटी जी छुट्टी दौरान, फ्रॉम वर्क काम तो, इज़ हैल्दी, अर्थात यह एक सेहतमंद आदत है। फिर कहते ही टुक अ ब्रेक, उन्हें छुट्टी ली, छोटी छुट्टी ली, ब्रेक मैंने कम रोकया, किधरों? फ्रॉम हिज कंप्यूटर, अपने कंप्यूटर तो, एंड सैट, अते बैठ गया, विद क्लोज्ड आईज, अखां नूं आराम देने लई उन्हें की कीता, अखां बंद करके थोड़ी देर बैठ गया तो अपने कंप्यूटर तो छुट्टी ली। ठीक है। सो यह हो गया नाउन। हुण देखिए वर्ब, दी स्टैचू, स्टैचू का मतलब है बुत, फैल मैंने डिगया, बुत डिगया, एंड ब्रोक टुट गया, इनटू पीसिस, टोटियां टोटियां विच टोटे टोटे हो गया, अर्थात बुत डिगया अते टोटे टोटे हो गया, टुट गया।
ठीक है। ਤੇ ਦੂਜਾ ਦੀ ਐਥਲੀਟ ਹੈਜ਼ ਬ੍ਰੋਕਨ, ਐਥਲੀਟ ਨੇ ਦੌੜਾਕ ਨੇ ਤੋੜ ਦਿੱਤੇ ਹਨ ਕਿ ਆਲ ਦਾ ਪ੍ਰੀਵੀਅਸ ਰਿਕਾਰਡ, ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ ਹਨ ਵੀ ਇੰਨਾ ਤੇਜ਼ ਦੌੜਿਆ ਅੱਜ ਤੱਕ ਦੇ ਸਾਰੇ ਰਿਕਾਰਡ ਉਹਨੇ ਤੋੜ ਦਿੱਤੇ। ਠੀਕ ਹੈ। ਫਿਰ ਅਟਰ ਨੋਟ ਹਾਰਸ਼ ਵਰਡਸ, ਹਾਰਸ਼ ਮੈਨੇ ਹੁੰਦੇ ਕੌੜੇ ਰੁੱਖੇ, ਅਟਰ ਮੈਨੇ ਉਚਾਰਨ ਕਰਨਾ ਮੂੰਹ ਚੋਂ ਕੱਢਣੇ, ਕਹਿੰਦੇ ਅਟਰ ਨੋਟ ਹਾਰਸ਼ ਵਰਡਸ ਅਰਥਾਤ ਰੁੱਖੇ ਸ਼ਬਦ ਨਾ ਬੋਲੋ, ਫॉर ਕਿਉਂਕਿ ਦੇ ਕੈਨ ਬ੍ਰੇਕ ਆ ਹਾਰਟ, ਕਿਉਂਕਿ ਉਹ ਕਿਸੇ ਨਾ ਕਿਸੇ ਦਾ ਦਿਲ ਤੋੜ ਸਕਦੇ ਹਨ। ਸੋ ਸਾਨੂੰ ਬੱਚੇ ਮਿੱਠਾ ਬੋਲਣਾ ਚਾਹੀਦਾ ਹੈ। ਗੁਰੂ ਸਾਹਿਬ ਨੇ ਵੀ ਇਹ ਗੱਲ ਸਮਝਾਈ ਹੈ, ਕਹਿੰਦੇ ਗੰਢ ਪ੍ਰੀਤੀ ਮਿੱਠੇ ਬੋਲ, ਅਰਥਾਤ ਪ੍ਰੀਤ ਦੀ ਗੰਢ ਪੈਂਦੀ ਹੈ, ਪ੍ਰੀਤ ਦਾ ਸੰਬੰਧ ਜੁੜਦਾ ਹੈ ਕਿੱਦਾਂ, ਮਿੱਠੇ ਬੋਲ ਬੋਲਣ ਨਾਲ। ਮਿੱਠਤ ਨਿਵੀ ਨਾਨਕਾ ਗੁਣ ਚੰਗਿਆਈਆਂ ਤੱਤ, ਬੋਲੀ ਦੀ ਮਿਠਾਸ ਅਤੇ ਨਿਮਰਤਾ ਇਹ ਸਾਰੇ ਗੁਣਾਂ ਦਾ ਸੋਮਾ ਹੈ, ਸਾਰੇ ਗੁਣਾਂ ਦਾ ਤੱਤ ਸਾਰ ਹੈ। ਠੀਕ ਹੈ ਬੱਚਿਓ। ਸੋ ਅਟਰ ਨੋਟ ਹਾਰਸ਼ ਵਰਡਸ ਫॉर ਦੇ ਕੈਨ ਬ੍ਰੇਕ ਆ ਹਾਰਟ, ਕਿਉਂਕਿ ਇਹ ਕਿਸੇ ਦਾ ਵੀ ਦਿਲ ਤੋੜ ਸਕਦੇ ਨੇ, ਕਿਸੇ ਨਾ ਕਿਸੇ ਦਾ ਦਿਲ ਤੋੜ ਸਕਦੇ ਨੇ। ਸੋ ਅਟਰ ਨੋਟ ਹਾਰਸ਼ ਵਰਡਸ, ਰੁੱਖੇ ਸ਼ਬਦ ਨਾ ਬੋਲੋ, ਕੌੜੇ ਸ਼ਬਦ ਨਾ ਬੋਲੋ। ਹੁਣ ਦੇਖੀਏ ਕਾਮ। ਹੁਣ ਕਾਮ ਸ਼ਬਦ ਜਿਹੜਾ ਬੱਚਿਓ ਇਹ ਨਾਉਨ ਦੇ ਤੌਰ ਤੇ ਵੀ ਵਰਤਿਆ ਜਾ ਸਕਦਾ ਹੈ, ਵਰਬ ਦੇ ਤੌਰ ਤੇ ਵੀ ਤੇ ਐਡਜੈਕਟਿਵ ਦੇ ਤੌਰ ਤੇ ਵੀ। ਆਓ ਦੇਖੀਏ ਹੁਣ ਇਹ ਆਖਰੀ ਸ਼ਬਦ ਹੈ ਇਸ ਵੀਡੀਓ ਦਾ। ਸੋ ਨਾਉਨ ਇੱਥੇ ਕਾਮ ਦੇ ਅੰਡਰ ਦੀ ਵਿਜ਼ੀਬਲ ਕਾਮ, ਇੱਥੇ ਵਿਜ਼ੀਬਲ ਕਾਮ ਦਾ ਮਤਲਬ ਹੈਗਾ ਵੀ ਸ਼ਾਂਤੀ, ਬਿਲਕੁਲ ਸ਼ਾਂਤ ਸ਼ਾਂਤੀ। ਠੀਕ ਹੈ। ਵਿਜ਼ੀਬਲ ਮੈਨੇ ਪ੍ਰਤੱਖ ਨਜ਼ਰ ਆਉਂਦੀ ਜਿਹੜੀ ਸ਼ਾਂਤੀ ਸੀ। ਦੇਅਰ ਵਾਜ਼ ਵਰੀ ਐਂਡ ਫੀਅਰ, ਉੱਥੇ ਕੀ ਸੀਗਾ, ਚਿੰਤਾ ਤੇ ਡਰ ਦਾ ਮਾਹੌਲ ਸੀ, ਵੀ ਦੇਖਣ ਨੂੰ ਤੇ ਲੱਗਦਾ ਸੀਗਾ ਵੀ ਵਿਜ਼ੀਬਲ ਕਾਮ, ਵਿਜ਼ੀਬਲ ਉਹਦਾ ਐਡਜੈਕਟਿਵ ਹੈ, ਕਾਮ ਨਾਉਨ ਹੈਗਾ ਵੀ ਬੜਾ ਸ਼ਾਂਤ, ਪ੍ਰਤੱਖ ਤੌਰ ਤੇ ਜੋ ਸ਼ਾਂਤ ਚੀਜ਼ ਲੱਗ ਰਹੀ ਸੀਗੀ, ਜੋ ਸ਼ਾਂਤੀ ਸੀਗੀ, ਇਹ ਤੇ ਕਾਮ ਨਾਲ ਸ਼ਾਂਤੀ। ਦੇਅਰ ਵਾਜ਼ ਵਰੀ ਐਂਡ ਫੀਅਰ, ਮਤਲਬ ਜਿਹਦਾ ਕੋਈ ਮਾਹੌਲ ਹੈਗਾ ਟੈਂਸ ਬੜਾ ਮਾਹੌਲ ਹੈਗਾ ਕਿਤੇ, ਤੇ ਕਹਿੰਦੇ ਦੇਖਣ ਨੂੰ ਤੇ ਲੱਗ ਰਿਹਾ ਸੀ ਬੜਾ ਸ਼ਾਂਤੀ ਹੈਗੀ, ਪਰ ਉੱਥੇ ਅੰਡਰ ਕਰੰਟ ਇਹ ਸੀਗਾ ਵੀ ਚਿੰਤਾ ਹੈਗੀ ਹੈ, ਡਰ ਹੈਗਾ। ਫਿਰ ਦੇਖੀਏ ਦੀ ਲੋਕਡਾਊਨ, ਪਿੱਛੇ ਲੋਕਡਾਊਨ ਲੱਗਾ ਸੀਗਾ ਕੋਵਿਡ ਕਰਕੇ, ਦੀ ਲੋਕਡਾਊਨ ਬ੍ਰੌਟ ਨੇ ਲੈ ਆਂਦਾ ਆ ਕੁਆਈਟ ਕਾਮ, ਚੁੱਪ ਚਾਂ ਵਾਲੀ ਸ਼ਾਂਤੀ ਓਵਰ ਦਾ ਸਿਟੀ, ਸ਼ਹਿਰ ਦੇ ਉੱਤੇ ਇੱਕ ਵਾਰ ਚੁੱਪ ਚਾਂ ਵਾਲੀ ਸ਼ਾਂਤੀ ਲੈ ਆਂਦੀ ਲੋਕਡਾਊਨ ਨੇ, ਤਾਲਾਬੰਦੀ ਨੇ। ਠੀਕ ਹੈ। ਹੁਣ ਆ ਗਿਆ ਵਰਬ ਦੇਖੀਏ। ਇਫ ਯੂ ਡੂ ਨਾਟ ਕਾਮ ਡਾਊਨ, ਜੇ ਤੁਸੀਂ ਸ਼ਾਂਤ ਨਾ ਹੋਏ, ਮਤਲਬ ਡਾਕਟਰ ਮਰੀਜ਼ ਨੂੰ ਕਹਿ ਰਿਹਾ, ਉਹ ਬੜਾ ਜਿਹੜਾ ਮਰੀਜ਼ ਹੈਗਾ ਬੜਾ ਮਤਲਬ ਕਿ ਤਰਥੱਲੀ ਮਚਾਈ ਹੋਈ, ਬੜਾ ਉੱਚੀ ਉੱਚੀ ਬੋਲ ਰਿਹਾ, ਉਹ ਡਰਿਆ ਹੋਇਆ ਜਾਂ ਗੁੱਸੇ 'ਚ ਹੈਗਾ, ਤੇ ਡਾਕਟਰ ਕਹਿ ਰਿਹਾ ਇਫ ਯੂ ਡੂ ਨਾਟ ਕਾਮ ਡਾਊਨ, ਭਾਈ ਜੇ ਤੂੰ ਸ਼ਾਂਤ ਨਾ ਹੋਇਆ, ਯੂਅਰ ਬਲੱਡ ਪ੍ਰੈਸ਼ਰ ਵਿਲ ਸ਼ੂਟ ਅਪ, ਤੇਰਾ ਜਿਹੜਾ ਸ਼ੂਟ ਅਪ ਮੈਨੇ ਉੱਤੇ ਚਲਾ ਜਾਏਗਾ, ਬੜਾ ਵੱਧ ਜਾਏਗਾ, ਵੀ ਤੇਰਾ ਬਲੱਡ ਪ੍ਰੈਸ਼ਰ ਬਹੁਤ ਜ਼ਿਆਦਾ ਵੱਧ ਜਾਏਗਾ ਤੇ ਤੇਰੇ ਲਈ ਖਤਰਾ ਹੋ ਸਕਦਾ ਹੈ। ਸੋ ਕਾਮ ਡਾਊਨ ਦਾ ਮਤਲਬ ਹੁੰਦਾ ਹੈ ਭਾਜੀ ਠੰਡੇ ਹੋ ਜਾਓ, ਥੋੜੀ ਸ਼ਾਂਤੀ ਰੱਖੋ। ਠੀਕ ਹੈ ਨਾ। ਸੋ ਫਿਰ ਦੇਖੀਏ ਇਹ ਵੀ ਇੱਕ ਹੋਰ ਸੈਂਟੈਂਸ ਲੈ ਲਈਏ। ਦੀ ਸਪੀਕਰ, ਸਪੀਕਰ ਮੈਨੇ ਬੁਲਾਰਾ, ਰਿਕੁਐਸਟਡ ਦੀ ਆਡੀਅੰਸ, ਆਡੀਅੰਸ ਮੈਨੇ ਹੁੰਦਾ ਹੈ ਦਰਸ਼ਕ, ਤੇ ਸਪੀਕਰ ਰਿਕੁਐਸਟਡ ਦੀ ਆਡੀਅੰਸ ਅਰਥਾਤ ਬੁਲਾਰੇ ਨੇ ਦਰਸ਼ਕਾਂ ਨੂੰ ਬੇਨਤੀ ਕੀਤੀ, ਕਾਦੀ, ਟੂ ਕਾਮ ਡਾਊਨ, ਵੀ ਹੁਣ ਚੁੱਪ ਬਖਸ਼ੋ, ਸ਼ਾਂਤ ਹੋ ਜਾਓ, ਪ੍ਰੋਗਰਾਮ ਸ਼ੁਰੂ ਹੋਣ ਵਾਲਾ ਹੈ। ਠੀਕ ਹੈ। ਹੁਣ ਦੇਖੀਏ ਐਡਜੈਕਟਿਵ। ਇਹਨਾਂ ਕਾਮ ਸੀ, ਹੁਣ ਸੀ ਕੀ ਹੈਗਾ, ਸਮੁੰਦਰ, ਕਾਮ ਸੀ ਮੈਨੇ ਸ਼ਾਂਤ ਸਮੁੰਦਰ। ਹੁਣ ਦੇਖੋ ਇੱਥੇ ਕਾਮ ਸੀ, ਇੱਥੇ ਨਾਉਨ ਹੈਗਾ, ਤੇ ਵਿਜ਼ੀਬਲ ਕੀ ਹੈਗਾ, ਇਹ ਐਡਜੈਕਟਿਵ ਹੈਗਾ। ਇੱਥੇ ਸੀ ਨਾਉਨ ਹੈਗਾ ਤੇ ਕਾਮ ਕੀ ਹੈਗਾ, ਐਡਜੈਕਟਿਵ ਹੈਗਾ। ਸੋ ਸਮੁੰਦਰ ਨਾਉਨ ਹੈ ਤੇ ਕਾਮ ਕੀ ਹੋ ਗਿਆ, ਐਡਜੈਕਟਿਵ ਹੋ ਗਿਆ। ਇਹਨਾਂ ਕਾਮ ਸੀ ਅਰਥਾਤ ਸ਼ਾਂਤ ਸਮੁੰਦਰ ਵਿੱਚ ਐਵਰੀਵਨ ਇਜ਼ ਅ ਗੁੱਡ ਸੇਲਰ, ਹਰ ਕੋਈ ਵਧੀਆ ਜਹਾਜੀ ਹੈ, ਅਰਥਾਤ ਜਿਹੜੇ ਸਮੁੰਦਰ ਇੱਕੋਦਮ ਸ਼ਾਂਤ ਹੁੰਦਾ, ਜਿਹੜਾ ਮਰਜ਼ੀ ਜਹਾਜ਼ ਚਲਾ ਲਵੇ। ਮੈਂ ਬੱਚੇ ਮਰਚੈਂਟ ਨੇਵੀ ਵਿੱਚ ਰਹਿਣਾ ਤਾਂ ਮੈਂ ਗੱਲ ਲਿਖੀ ਹੈ ਵੀ ਕਪਤਾਨ ਦਾ ਤਾਂ ਪਤਾ ਲੱਗਦਾ ਜਦੋਂ ਤੂਫਾਨ ਆਉਂਦਾ, ਜਦੋਂ ਤੂਫਾਨ ਆਏ, ਹਨੇਰੀਆਂ ਆਉਣ, ਬਰਫ਼ ਪਵੇ, ਧੁੰਦ ਆ ਜਾਏ, ਫਿਰ ਪਤਾ ਲੱਗਦਾ ਕਪਤਾਨ ਕਿੰਨੇ ਪਾਣੀ 'ਚ ਹੈ, ਉਹਦੀ ਟ੍ਰੇਨਿੰਗ ਕਿੱਦਾਂ ਦੀ ਹੈ, ਉਹਨੂੰ ਕਿੰਨਾ ਤਜਰਬਾ ਹੈ। ਨਹੀਂ ਤੇ ਜਦੋਂ ਸਮੁੰਦਰ ਸ਼ਾਂਤ ਹੁੰਦਾ ਇੱਕੋਦਮ, ਉਦੋਂ ਤਾਂ ਜਿਹੜਾ ਮਰਜ਼ੀ ਜਹਾਜ਼ ਚਲਾ ਲਓ, ਜਿਹਨੂੰ ਮਰਜ਼ੀ ਖੜਾ ਕਰ ਦਿਓ ਜਹਾਜ਼ ਚਲਾ ਲਏਗਾ, ਕੋਈ ਵੱਡੀ ਗੱਲ ਨਹੀਂ। ਸੋ ਇਨ ਅ ਕਾਮ ਸੀ ਐਵਰੀਵਨ ਇਜ਼ ਅ ਗੁੱਡ ਸੇਲਰ, ਸੇਲਰ ਦਾ ਮਤਲਬ ਹੈ ਜਹਾਜੀ, ਸਮੁੰਦਰ 'ਚ ਸਫ਼ਰ ਕਰਨ ਵਾਲਾ। ਤੇ ਦੂਜਾ ਸੈਂਟੈਂਸ ਹੈ ਹੀ ਰਿਮੇਨਡ ਕਾਮ, ਉਹ ਸ਼ਾਂਤ ਰਿਹਾ। ਕੌਣ ਸ਼ਾਂਤ ਰਿਹਾ, ਹੀ। ਇਹ ਦੇਖੋ ਹੀ ਹੈਗਾ, ਪ੍ਰੋਨਾਊਨ ਹੈਗਾ, ਤੇ ਕਾਮ ਇਹਦੇ ਵੱਲ ਇਸ਼ਾਰਾ ਕਰ ਰਿਹਾ। ਸੋ ਕਾਮ ਕੀ ਹੈਗਾ, ਸ਼ਾਂਤ ਰਿਹਾ, ਐਡਜੈਕਟਿਵ ਹੈਗਾ। ਹੀ ਰਿਮੇਨਡ ਕਾਮ ਥਰੂ ਆਊਟ ਦੀ ਹੀਟਡ ਡਿਸਕਸ਼ਨ, ਡਿਸਕਸ਼ਨ ਮੈਨੇ ਚਰਚਾ, ਹੀਟਡ ਮੈਨੇ ਬੜੀ ਗਰਮਜੋਸ਼ੀ ਵਾਲੀ। ਸੋ ਹੀਟਡ ਡਿਸਕਸ਼ਨ, ਬੜੀ ਗਰਮਜੋਸ਼ੀ ਵਾਲੀ ਚਰਚਾ, ਸਾਰੀ ਚਰਚਾ, ਥਰੂ ਆਊਟ ਮੈਨੇ ਸਾਰੀ ਚਰਚਾ ਵਿੱਚ ਉਹ ਸ਼ਾਂਤ ਰਿਹਾ, ਬੜਾ ਵੱਡਾ ਗੁਣ ਹੈ। ਹੁਣ ਜਿਹੜੇ ਕਦੀ ਗਰਮਜੋਸ਼ੀ ਦੀ ਕੋਈ ਚਰਚਾ ਹੁੰਦੀ ਹੈ, ਬੰਦੇ ਤੂੰ ਮੈਂ ਕਰਨ ਲੱਗ ਜਾਂਦੇ ਨੇ, ਲੜਨ ਲੱਗ ਜਾਂਦੇ ਨੇ, ਗਾਲਾਂ ਕੱਢਣ ਲੱਗ ਜਾਂਦੇ ਨੇ, ਉਹ ਕਹਿੰਦੇ ਤੂੰ ਮੈਨੂੰ ਨਹੀਂ ਜਾਣਦਾ, ਉਹ ਕਹਿੰਦਾ ਤੂੰ ਮੈਨੂੰ ਨਹੀਂ ਜਾਣਦਾ,
ਪਰ ਇਹ ਬੰਦਾ ਇੱਕ ਸਿਆਣਾ ਇੰਨਾ ਸੀਗਾ, ਕਹਿੰਦੇ ਹੀ ਰਿਮੇਨਡ ਕਾਮ ਥਰੂ ਆਊਟ ਦੀ ਹੀਟਡ ਡਿਸਕਸ਼ਨ, ਅਰਥਾਤ ਗਰਮਜੋਸ਼ੀ ਦੀ ਸਾਰੀ ਚਰਚਾ ਦੌਰਾਨ ਉਹ ਇੱਕੋ ਦਮ ਸ਼ਾਂਤ ਰਿਹਾ। ਸੋ ਐਸੀ ਪਿਆਰੇ ਵਿਦਿਆਰਥੀਓ 5 ਸ਼ਬਦ ਤੇ ਉਹਨਾਂ ਦੀ ਵਰਤੋਂ ਬਤੌਰ ਨਾਊਨ, ਵਰਬ ਅਤੇ ਜਿੱਥੇ ਜਿੱਥੇ ਐਪਲੀਕੇਬਲ ਸੀ ਐਡਜੈਕਟਿਵ। ਸੋ ਪਿਆਰੇ ਵਿਦਿਆਰਥੀਓ, ਤੁਸੀਂ ਇਸੇ ਤਰ੍ਹਾਂ ਨੇਮ ਦੇ ਨਾਲ, ਅਨੁਸ਼ਾਸਨ ਦੇ ਨਾਲ ਮਨ ਲਗਾ ਕੇ ਆਪਣੀ ਪੜ੍ਹਾਈ ਕਰੀ ਚਲੋ ਤੇ ਅਗਲੇ ਵੀਡੀਓ ਤੱਕ ਲਈ ਗੁੱਡ ਬਾਏ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਰੱਬ ਰਾਖਾ। ਥੈਂਕ ਯੂ ਵੈਰੀ ਮਚ।